Hello students, I am Sukhvinder Kaur, Assistant Professor, Department of Economics, GGDST College ਹਰਿਆਣਾ ਹੁਸ਼ਿਆਰਪੁਰ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਨਵਾਂ ਟੌਪਿਕ ਕਰਨ ਜਾ ਰਹੇ ਹਾਂ, ਮੇਨ ਫੀਚਰਸ ਆਫ ਐਨ ਅੰਡਰ ਡਿਵੈਲਪਡ ਇਕੋਨਮੀ। ਡਿਵੈਲਪਮੈਂਟ ਇਕਨੋਮਿਕਸ ਪੇਪਰ ਜੋ ਸਾਡਾ ਇਸ ਵਾਰ ਸਿਲੇਬਸ ਦਾ ਪੇਪਰ ਹੈ, ਉਸ ਦੇ ਵਿੱਚ ਅੱਜ ਅਗਲਾ ਟੌਪਿਕ ਅਸੀਂ ਕਰਨ ਜਾ ਰਹੇ ਹਾਂ, ਮੇਨ ਫੀਚਰਸ ਆਫ ਐਨ ਅੰਡਰ ਡਿਵੈਲਪਡ ਇਕੋਨਮੀ। ਇੱਕ ਅਲੱਗ ਵਿਕਸਿਤ ਅਰਥ ਵਿਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ। ਮੇਨ ਜੋ ਫੀਚਰਸ ਨੇ ਉਹ ਕੀ ਨੇ ਕਿਸੇ ਵੀ ਅੰਡਰ ਡਿਵੈਲਪਡ ਇਕੋਨਮੀਜ਼ ਦੀਆਂ, ਅੰਡਰ ਡਿਵੈਲਪਡ ਇਕੋਨਮੀ ਦੇ। ਅਤੇ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਜ਼ਰੂਰੀ ਹੈ ਕਿ ਅੰਡਰ ਡਿਵੈਲਪਡ ਇਕੋਨਮੀ ਕੀ ਹੁੰਦੀ ਹੈ। ਅਲੱਗ-ਅਲੱਗ ਇਕੋਨਮਿਸਟਸ ਨੇ ਇਕੋਨਮੀਜ਼ ਨੂੰ ਡਿਵੈਲਪਿੰਗ ਇਕੋਨਮੀਜ਼ ਦੇ ਰੂਪ ਦੇ ਵਿੱਚ ਡਿਫਰੈਂਸ਼ੀਏਟ ਕੀਤਾ ਹੈ। ਕੋਈ ਡਿਵੈਲਪਡ ਇਕੋਨਮੀ ਹੈ, ਕੋਈ ਅੰਡਰ ਡਿਵੈਲਪਡ ਇਕੋਨਮੀ ਹੈ ਜਾਂ ਡਿਵੈਲਪਿੰਗ ਇਕੋਨਮੀ ਹੈ। ਵਰਲਡ ਡਿਵੈਲਪਮੈਂਟ ਰਿਪੋਰਟ ਦੇ ਅਨੁਸਾਰ ਇਕੋਨਮੀਜ਼ ਨੂੰ ਮੱਧਮ ਆਮਦਨ, ਉੱਚ ਆਮਦਨ ਅਤੇ ਨਿਮਨ ਆਮਦਨ ਆਦਿ ਅਰਥ ਵਿਵਸਥਾਵਾਂ ਦੇ ਵਿੱਚ ਵੰਡਿਆ ਗਿਆ। ਮੱਧਮ ਆਮਦਨ ਇਕੋਨਮੀ, ਉੱਚ ਆਮਦਨ ਇਕੋਨਮੀ ਜਾਂ ਨਿਮਨ ਆਮਦਨ ਇਕੋਨਮੀ। 2016 ਦੀ ਵਿਸ਼ਵ ਵਿਕਾਸ ਰਿਪੋਰਟ ਹੈ, ਜਿਹੜੀ ਵਰਲਡ ਡਿਵੈਲਪਮੈਂਟ ਰਿਪੋਰਟ ਹੈ, ਉਸ ਦੇ ਅਨੁਸਾਰ ਕੀ ਹੈ ਕਿ ਉਹ ਅਰਥ ਵਿਵਸਥਾ, ਉਹ ਇਕੋਨਮੀ ਜਿਸ ਦੀ ਪਰ ਕੈਪੀਟਾ ਇਨਕਮ ਪ੍ਰਤੀ ਵਿਅਕਤੀ ਆਮਦਨ $12,736 ਜਾਂ ਉਸ ਤੋਂ ਵੱਧ ਹੈ। ਪਰ ਕੈਪੀਟਾ ਇਨਕਮ ਕਿਸੇ ਇਕੋਨਮੀ ਦੀ ਜੇ $12,736 ਤੋਂ ਵੱਧ ਹੈ ਤਾਂ ਉਸਨੂੰ ਉੱਚ ਆਮਦਨ ਇਕੋਨਮੀ ਕਿਹਾ ਗਿਆ। ਜਿਸ ਦੀ ਪ੍ਰਤੀ ਵਿਅਕਤੀ ਆਮਦਨ 1046 ਤੋਂ ਲੈ ਕੇ $12,735 ਦੇ ਵਿੱਚ ਆ। 1046 ਤੋਂ ਲੈ ਕੇ 12,735 ਦੇ ਵਿਚਕਾਰ ਹੈ, ਉਸ ਨੂੰ ਮੱਧਮ ਇਕੋਨਮੀ ਕਿਹਾ ਗਿਆ। ਅਤੇ ਜਿਨ੍ਹਾਂ ਦੀ ਪਰ ਕੈਪੀਟਾ ਇਨਕਮ 1,045 ਤੋਂ ਘੱਟ, $1,045 ਤੋਂ ਘੱਟ, ਉਸ ਨੂੰ ਨਿਮਨ ਆਮਦਨ ਕਿਹਾ ਗਿਆ। ਜਿਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ, ਇਹ ਸਾਰੀ ਆਮਦਨ ਜਿਹੜੀ ਡਿਸਕਸ਼ਨ ਆਪਾਂ ਹੁਣੇ ਨੰਬਰ ਬੋਲੇ ਨੇ, ਮੈਂ ਸਾਰੇ ਡਾਲਰ ਦੇ ਵਿੱਚ ਨੇ। ਜਿਨ੍ਹਾਂ ਦੀ ਆਮਦਨ $12,736 ਤੋਂ ਜ਼ਿਆਦਾ ਆ ਉਹ ਉੱਚ ਆਮਦਨ, 1046 ਤੋਂ $12,735 ਦੇ ਵਿਚਕਾਰ ਮੱਧਮ ਆਮਦਨ, ਅਤੇ $1045 ਤੋਂ ਘੱਟ ਨਿਮਨ ਆਮਦਨ ਗਰੁੱਪ ਜਿਹੜਾ ਕਿਹਾ ਗਿਆ। ਅਤੇ ਇਸ ਤਰ੍ਹਾਂ ਅਲੱਗ-ਅਲੱਗ ਤਰੀਕਿਆਂ ਦੇ ਦੁਆਰਾ ਇਕੋਨਮੀਜ਼ ਨੂੰ ਡਿਵੈਲਪਡ ਇਕੋਨਮੀਜ਼ ਦੇ ਵਿੱਚ ਵੰਡਿਆ ਜਾਂਦਾ। ਅਤੇ ਇਸ ਤੋਂ ਇਲਾਵਾ ਹੁਣ ਅਸੀਂ ਜੋ ਅਗਲਾ ਕਰਨ ਜਾ ਰਹੇ ਹਾਂ ਕਿ ਇੱਕ ਜੇ ਇਕੋਨਮੀ, ਜੇ ਮੰਨ ਲਓ ਉਹ ਡਿਵੈਲਪਿੰਗ ਇਕੋਨਮੀ ਹੈਗੀ ਹੈ, ਜੇ ਉਹ ਡਿਵੈਲਪਿੰਗ ਇਕੋਨਮੀ ਹੈ ਤਾਂ ਉਸ ਡਿਵੈਲਪਿੰਗ ਇਕੋਨਮੀ ਦੇ ਵਿੱਚ ਕੀ ਕੀ ਫੀਚਰਸ ਹੋਣਗੇ, ਉਹਦੀਆਂ ਕੀ ਵਿਸ਼ੇਸ਼ਤਾਵਾਂ ਹੋਣਗੀਆਂ ਕਿ ਉਸ ਇਕੋਨਮੀ ਨੂੰ ਆਪਾਂ ਡਿਵੈਲਪਿੰਗ ਇਕੋਨਮੀ ਕਹਾਂਗੇ, ਵਿਕਾਸਸ਼ੀਲ ਦੇਸ਼ ਕਹਾਂਗੇ। ਕੀ ਵਿਸ਼ੇਸ਼ਤਾਵਾਂ ਉਹ ਆਪਾਂ ਕਰਨ ਜਾ ਰਹੇ ਹਾਂ। ਪਰ ਮੈਂ ਇੱਥੇ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਕਿਸੇ ਇਕੋਨਮੀ ਨੂੰ ਆਪਾਂ ਡਿਵੈਲਪਿੰਗ ਇਕੋਨਮੀ ਕਹਾਂਗੇ ਜਾਂ ਡਿਵੈਲਪਡ ਇਕੋਨਮੀ ਕਹਾਂਗੇ, ਇਹ ਕਿਸ ਬੇਸ ਦੇ ਉੱਤੇ ਆਪਾਂ ਕਹਾਂਗੇ। ਇਹ ਬਹੁਤ ਸਿੰਪਲ, ਬਹੁਤ ਆਸਾਨ ਨਹੀਂ ਹੈ। ਇਸ ਨੂੰ ਬਹੁਤ ਸਾਰੇ ਇਕੋਨਮਿਸਟਸ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਹੈ। ਪ੍ਰੋਫੈਸਰ ਸੈਮੂਅਲਸਨ ਨੇ ਤਾਂ ਕਿਹਾ ਸੀ ਹਰੇਕ ਦੇਸ਼ ਹੀ ਅਲਪ ਵਿਕਸਿਤ ਆ, ਕਿਉਂਕਿ ਕੋਈ ਦੇਸ਼ ਕਦੇ ਵੀ ਵਿਕਾਸ ਦੀ ਪੂਰਨਤਾ ਪ੍ਰਾਪਤ ਨਹੀਂ ਕਰਦਾ। ਵੱਧ ਉੱਨਤੀ ਦੇ ਮੌਕੇ ਹਰੇਕ ਦੇਸ਼ ਲਈ ਬਣੇ ਰਹਿੰਦੇ ਆ, ਲਾਈਕ ਅਮੈਰੀਕਾ, ਇੰਗਲੈਂਡ, ਜਿਨ੍ਹਾਂ ਨੂੰ ਅਸੀਂ ਡਿਵੈਲਪ ਕੰਟਰੀਜ਼ ਕਹਿ ਦਿੰਦੇ ਆ, ਉਹਨਾਂ ਦੇ ਵਿੱਚ ਵੀ ਅੱਗੇ ਪ੍ਰੋਗਰੈਸ ਦੇ ਜਿਹੜੇ ਮੌਕੇ ਆ ਹਮੇਸ਼ਾ ਬਣੇ ਰਹਿੰਦੇ ਆ। ਇਸ ਲਈ ਉਹਨਾਂ ਨੇ ਕਿਹਾ ਸੀ ਕਿਸੇ ਇਕੋਨਮੀ ਨੂੰ ਵੀ ਆਪਾਂ ਡਿਵੈਲਪਡ ਇਕੋਨਮੀ ਕਹਿ ਹੀ ਨਹੀਂ ਸਕਦੇ। ਕੋਈ ਦੇਸ਼ ਪੂਰਨ ਤੌਰ 'ਤੇ ਵਿਕਾਸ ਦੀ ਜਿਹੜੀ ਪੂਰਨਤਾ ਆ ਉਹ ਪ੍ਰਾਪਤ ਕਰ ਹੀ ਨਹੀਂ ਸਕਦਾ। ਫਿਰ ਵੀ ਇਕੋਨਮੀਜ਼ ਨੂੰ ਵੰਡਿਆ ਜਾਂਦਾ ਅਲੱਗ-ਅਲੱਗ ਪਾਰਟਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨਾਲ। ਕੈਨੇਡਾ, ਆਸਟ੍ਰੇਲੀਆ, ਫਰਾਂਸ, ਬ੍ਰਿਟੇਨ, ਸਵਿਟਜ਼ਰਲੈਂਡ ਘੱਟ ਜਨਸੰਖਿਆ ਵਾਲੇ ਦੇਸ਼ ਆ, ਪਰ ਇਹ ਵਿਕਸਿਤ ਦੇਸ਼ ਮੰਨੇ ਜਾਂਦੇ ਆ। ਲੈਟਿਨ ਅਮਰੀਕਾ ਅਤੇ ਅਫਰੀਕਾ ਦੇ ਦੇਸ਼ਾਂ ਦੇ ਵਿੱਚ ਪ੍ਰਾਕ੍ਰਿਤਿਕ ਸਾਧਨ ਬਹੁਤ ਪਾਏ ਜਾਂਦੇ ਆ, ਪਰ ਫਿਰ ਵੀ ਉਹ ਅਲੱਗ ਵਿਕਸਿਤ ਦੇਸ਼ ਮੰਨੇ ਜਾਂਦੇ ਆ। ਅਮਰੀਕਾ, ਰੂਸ, ਜਰਮਨੀ ਦੇ ਵਿੱਚ ਬਹੁਤ ਸਾਰੇ ਪ੍ਰਾਕ੍ਰਿਤਿਕ ਸਾਧਨ ਪਾਏ ਜਾਂਦੇ ਆ ਅਤੇ ਉਹ ਡਿਵੈਲਪ ਕੰਟਰੀਜ਼ ਮੰਨੇ ਜਾਂਦੇ ਆ। ਅਮਰੀਕਾ, ਰਸ਼ੀਆ, ਜਰਮਨੀ, ਇਹਨਾਂ ਦੇ ਵਿੱਚ ਤੁਹਾਡੇ ਨੈਚੁਰਲ ਰਿਸੋਰਸਿਸ ਬਹੁਤ ਆ, ਉਹ ਡਿਵੈਲਪਡ ਆ। ਨੈਚੁਰਲ ਰਿਸੋਰਸਿਸ ਅਮਰੀਕਾ, ਲੈਟਿਨ ਅਮਰੀਕਾ ਅਤੇ ਅਫਰੀਕਾ ਦੇ ਵਿੱਚ ਵੀ ਬਹੁਤ ਆ, ਪਰ ਉਹ ਡਿਵੈਲਪਿੰਗ ਆ, ਉਹ ਅੰਡਰ ਡਿਵੈਲਪ ਆ। ਇਸ ਲਈ ਇਹ ਕਹਿਣਾ ਕਿ ਕਿਹੜਾ ਕੰਟਰੀ ਡਿਵੈਲਪ ਆ ਜਾਂ ਅੰਡਰ ਡਿਵੈਲਪ ਆ, ਇਹ ਬਹੁਤ ਮੁਸ਼ਕਿਲ ਹੈ। ਪਰ ਫਿਰ ਵੀ ਕੁਝ ਕੁ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦੇ ਆਧਾਰ ਦੇ ਉੱਤੇ ਅਸੀਂ ਕਿਸੇ ਕੰਟਰੀ ਨੂੰ ਅੰਡਰ ਡਿਵੈਲਪ ਕਹਿ ਸਕਦੇ ਹਾਂ। ਉਹਨਾਂ ਦੇ ਵਿੱਚ ਪਹਿਲੀ ਹੈ ਜੀ ਲੋ ਪਰ ਕੈਪੀਟਾ ਇਨਕਮ।
ਜਦੋਂ ਕਿਸੇ ਕੰਟਰੀ ਦੀ ਪਰ ਕੈਪੀਟਾ ਇਨਕਮ ਘੱਟ ਹੋਵੇ, ਪ੍ਰਤੀ ਵਿਅਕਤੀ ਆਮਦਨ ਘੱਟ ਹੋਵੇ, ਤਾਂ ਉਸ ਨੂੰ ਅਸੀਂ ਅਲਪ ਵਿਕਸਿਤ ਦੇਸ਼ ਕਹਿੰਦੇ ਹਾਂ। ਜਦੋਂ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਅਲਪ ਵਿਕਸਿਤ ਦੇਸ਼ਾਂ ਦੇ ਵਿੱਚ ਪਰ ਕੈਪੀਟਾ ਇਨਕਮ ਘੱਟ ਪਾਈ ਜਾਂਦੀ ਹੈ ਤਾਂ ਉਸ ਨੂੰ ਅਸੀਂ ਅਲਪ ਵਿਕਸਿਤ ਦੇਸ਼ ਕਹਿੰਦੇ ਹਾਂ। ਜਿਸ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ $1045 ਜਾਂ ਉਸ ਤੋਂ ਘੱਟ ਹੈ ਉਹ ਅੰਡਰ ਡਿਵੈਲਪ ਇਕੋਨਮੀ ਕਹਾਏਗਾ। ਇਕਨੋਮਿਕ ਇਨਇਕੁਐਲਿਟੀਜ਼ ਨੈਕਸਟ ਪੁਆਇੰਟ ਹੈ, ਜਿੱਥੇ ਇਕਨੋਮਿਕ ਇਨਇਕੁਐਲਿਟੀਜ਼ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ ਨੇ, ਵੱਡੇ ਪੈਮਾਨੇ ਦੇ ਉੱਤੇ ਪਾਈਆਂ ਜਾਂਦੀਆਂ ਨੇ ਕਿ ਕੁਝ ਇੱਕ ਲੋਕ ਜਿਨ੍ਹਾਂ ਦੇ ਕੋਲੇ ਸਮਾਜ ਦਾ ਥੋੜ੍ਹਾ ਜਿਹਾ ਪ੍ਰਤੀਸ਼ਤ ਹੁੰਦਾ, ਜਿਨ੍ਹਾਂ ਦੇ ਕੋਲੇ ਸਾਰੇ ਸਾਧਨ ਹੁੰਦੇ ਨੇ ਅਤੇ ਥੋੜ੍ਹਾ ਜਿਹਾ ਹਿੱਸਾ ਹੀ ਹੁੰਦਾ ਹੈ ਉਹ, ਅਤੇ ਬਾਕੀ ਵੱਡਾ ਹਿੱਸਾ ਹੁੰਦਾ ਜਿਨ੍ਹਾਂ ਦੇ ਕੋਲ ਜਿਉਣ ਲਈ ਪ੍ਰਾਪਤ ਸਾਧਨ ਵੀ ਨਹੀਂ ਹੁੰਦੇ। ਅਤੇ ਇਹੋ ਜਿਹੀਆਂ ਇਕੋਨਮੀਜ਼ ਨੂੰ ਆਪਾਂ ਅੰਡਰ ਡਿਵੈਲਪ ਇਕੋਨਮੀਜ਼ ਕਹਾਂਗੇ। ਨੈਕਸਟ ਪੁਆਇੰਟ ਹੈ ਜੀ ਲੋ ਲੈਵਲ ਆਫ ਇਨਕਮ, ਲੈਵਲ ਆਫ ਲਿਵਿੰਗ, ਜਿੱਥੇ ਜੀਵਨ ਦਾ ਨੀਵਾਂ ਪੱਧਰ ਹੋਏਗਾ, ਜਨਸੰਖਿਆ ਦੀ ਦਰ ਉੱਚੀ ਹੋਏਗੀ, ਰਿਹਾਇਸ਼ੀ ਸਹੂਲਤਾਂ, ਸਾਖਰਤਾ ਦਰ, ਸਿੱਖਿਆ ਦੀ ਸਾਖਰਤਾ ਦਰ ਘੱਟ ਹੋਏਗੀ, ਰਿਹਾਇਸ਼ੀ ਸਹੂਲਤਾਂ ਘੱਟ ਹੋਣਗੀਆਂ, ਸਿਹਤ ਸਹੂਲਤਾਂ ਘੱਟ ਹੋਣਗੀਆਂ, ਉਸ ਇਕੋਨਮੀ ਨੂੰ ਆਪਾਂ ਅੰਡਰ ਡਿਵੈਲਪ ਇਕੋਨਮੀ ਕਹਾਂਗੇ। ਕੈਪੀਟਲ ਡੈਫੀਸ਼ੀਐਂਸੀ ਐਂਡ ਲੋ ਰੇਟ ਆਫ ਕੈਪੀਟਲ ਫਾਰਮੇਸ਼ਨ, ਪੂੰਜੀ ਦੀ ਘਾਟ ਵੀ ਹੋਏਗੀ ਅਤੇ ਪੂੰਜੀ ਦੀ ਨਿਰਮਾਣ ਦੀ ਕਮੀ ਵੀ ਹੋਏਗੀ। ਪੂੰਜੀ ਨਿਰਮਾਣ ਵੀ ਜਿਨ੍ਹਾਂ ਦੇਸ਼ਾਂ ਦੇ ਵਿੱਚ ਘੱਟ ਹੋਏਗਾ ਉਹਨਾਂ ਨੂੰ ਅਸੀਂ ਅਲਪ ਵਿਕਸਿਤ ਦੇਸ਼ ਕਹਿੰਦੇ ਹਾਂ। ਜਿਵੇਂ ਆਸਟ੍ਰੇਲੀਆ, UK, USA, ਜਾਪਾਨ ਵਰਗੇ ਦੇਸ਼ ਨੇ ਜਿੱਥੇ ਉੱਥੇ GDP ਦਾ ਆਸਟ੍ਰੇਲੀਆ ਦੇ ਵਿੱਚ 27%, UK ਦੇ ਵਿੱਚ 17%, USA ਦੇ ਵਿੱਚ 20%, ਜਾਪਾਨ ਦਾ 24 ਜਿਹੜਾ ਪ੍ਰਤੀਸ਼ਤ ਆ ਉਹ ਪੂੰਜੀ ਨਿਰਮਾਣ ਦੇ ਵਿੱਚ ਜਾਂਦਾ। ਅਤੇ ਦੂਸਰੀ ਸਾਈਡ ਸਾਡੇ ਵਰਗੇ ਦੇਸ਼ ਲਾਈਕ ਚਾਈਨਾ, ਇੰਡੀਆ ਜਿੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਵੀ ਆ, ਇਹਨਾਂ ਦਾ 45-35% ਆ ਜਿਹੜਾ GDP ਦਾ ਉਹ ਪੂੰਜੀ ਨਿਰਮਾਣ ਦੇ ਵਿੱਚ ਜਾਂਦਾ। ਮੀਨਸ ਪੂੰਜੀ ਦੀ ਘਾਟ ਆ ਅਤੇ ਪੂੰਜੀ ਨਿਰਮਾਣ ਦੀ ਜਿਹੜੀ ਦਰ ਆ ਉਹ ਵੀ ਘੱਟ ਆ। ਸਾਡੇ ਇਹਨਾਂ ਕੰਟਰੀਜ਼ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਅੰਡਰ ਡਿਵੈਲਪ ਇਕੋਨਮੀਜ਼ ਕਹਿੰਦੇ ਹਾਂ, ਇਹਨਾਂ ਦੇ ਵਿੱਚ ਫੈਕਟਰੀਆਂ, ਮਸ਼ੀਨਾਂ, ਯੰਤਰਾਂ, ਜਨ ਉਪਯੋਗੀ ਸੇਵਾਵਾਂ ਦੀ ਕਮੀ ਪਾਈ ਜਾਂਦੀ ਹੈ। ਨੈਕਸਟ ਹੈ ਜੀ ਬੈਕਵਰਡ ਟੈਕਨੀਕਸ ਆਫ ਪ੍ਰੋਡਕਸ਼ਨ, ਅਤੇ ਇੱਕ ਅਲਵਿਕਸਿਤ ਅਰਥ ਵਿਵਸਥਾਵਾਂ ਜਿਹੜੀਆਂ ਹੁੰਦੀਆਂ ਨੇ, ਅੰਡਰ ਡਿਵੈਲਪ ਇਕੋਨਮੀਜ਼ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੀ ਜਿਹੜੀ ਟੈਕਨੀਕ ਆਫ ਪ੍ਰੋਡਕਸ਼ਨ ਹੈ ਉਹ ਬਹੁਤ ਪਿਛੜੀ ਹੁੰਦੀ ਹੈ। ਇਸ ਲਈ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ, ਉਤਪਾਦਨ ਲਾਗਤ ਹੈ, ਬਹੁਤ ਜ਼ਿਆਦਾ ਆ ਰਹੀ ਹੁੰਦੀ ਹੈ। ਇਸ ਤੋਂ ਇਲਾਵਾ ਜਨਸੰਖਿਆ ਦਾ ਜਿਹੜਾ ਰੇਟ ਹੈ, ਗਰੋਥ ਆਫ ਪਾਪੂਲੇਸ਼ਨ ਆ, ਇਹ ਬਹੁਤ ਜ਼ਿਆਦਾ ਹੁੰਦਾ। ਗਰੋਥ ਆਫ ਪਾਪੂਲੇਸ਼ਨ ਜਿਹੜੀ ਵਾਧਾ ਦਰ ਆ, ਐਨੂਅਲ ਗਰੋਥ ਰੇਟ ਆਫ ਪਾਪੂਲੇਸ਼ਨ ਭਾਰਤ ਦੀ ਹੈ ਜਿਹੜੀ 1.2% ਸੀ 2002-2012 ਤੱਕ, ਅਤੇ ਇਸੇ ਪੀਰੀਅਡ ਦੇ ਵਿੱਚ USA ਦੀ 0.8 ਅਤੇ ਜਾਪਾਨ ਦੀ -0.1 ਸੀ। ਇਸ ਤੋਂ ਪਤਾ ਇਹਨਾਂ ਫੀਚਰਸ ਦੇ ਆਧਾਰ 'ਤੇ ਵੀ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਇਕੋਨਮੀ ਜਿਹੜੀ ਆ ਉਹ ਅੰਡਰ ਡਿਵੈਲਪ ਇਕੋਨਮੀ ਹੈ ਜਾਂ ਡਿਵੈਲਪਡ ਇਕੋਨਮੀ ਹੈ। ਨੈਕਸਟ ਹੈ ਜੀ ਲੋ ਪ੍ਰੋਡਕਟੀਵਿਟੀ ਆਫ ਲੇਬਰ, ਅਲਵਿਕਸਿਤ ਦੇਸ਼ਾਂ ਦੇ ਵਿੱਚ ਡਿਵੈਲਪ ਕੰਟਰੀਜ਼ ਦੀ ਤੁਲਨਾ ਦੇ ਵਿੱਚ ਮਜ਼ਦੂਰੀ ਦੀ ਜਿਹੜੀ ਉਤਪਾਦਕਤਾ ਆ ਉਹ ਬਹੁਤ ਘੱਟ ਹੁੰਦੀ ਹੈ। ਕਿਰਤ ਦੀ ਉਤਪਾਦਕਤਾ, ਪੂੰਜੀ ਦੀ ਉਪਲਬਧਤਾ, ਕੁਸ਼ਲ ਪ੍ਰਬੰਧ, ਕਿਰਤੀਆਂ ਦੀ ਸਿਹਤ, ਉਹਨਾਂ ਦੀ ਸਿੱਖਿਆ, ਉਹਨਾਂ ਦੀ ਮਜ਼ਦੂਰੀ ਦੀ ਦਰ 'ਤੇ ਨਿਰਭਰ ਕਰਦੀ ਹੈ, ਅਤੇ ਇਹ ਸਾਰਾ ਕੁਛ ਅਲਵਿਕਸਿਤ ਦੇਸ਼ਾਂ ਦੇ ਵਿੱਚ ਘੱਟ ਹੁੰਦਾ। ਇਸ ਲਈ ਜਿਹੜੀ ਕਿਰਤ ਦੀ ਉਤਪਾਦਕਤਾ ਆ ਉਹ ਬਹੁਤ ਘੱਟ ਹੁੰਦੀ ਹੈ। ਕਿਰਤ ਦੀ ਉਤਪਾਦਕਤਾ ਹੈ ਜਿਹੜੀ ਪ੍ਰਤੀ ਏਕੜ 2014-2015 ਦੇ ਵਿੱਚ ਇੰਡੀਆ ਦੇ ਵਿੱਚ $1156 ਸੀ, ਜਦਕਿ ਆਸਟ੍ਰੇਲੀਆ ਦੇ ਵਿੱਚ $58,574 ਸੀ। ਇਸ ਤੋਂ ਇਹ ਪਤਾ ਲੱਗਦਾ ਕਿ ਇੰਡੀਆ ਵਰਗੀਆਂ ਕੰਟਰੀਜ਼ ਨੇ ਜੋ ਇਹ ਸੱਚਮੁੱਚ ਹੀ ਅੰਡਰ ਡਿਵੈਲਪ ਇਕੋਨਮੀਜ਼ ਨੇ। ਉਸ ਤੋਂ ਬਾਅਦ ਅਗਲਾ ਫੀਚਰ ਹੈ ਜੀ ਕੁਦਰਤੀ ਸੰਸਥਾਨਾਂ ਦਾ ਅਲਪ ਪ੍ਰਯੋਗ। ਇਹ ਨਹੀਂ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਅੰਡਰ ਡਿਵੈਲਪ ਇਕੋਨਮੀਜ਼ ਦੇ ਵਿੱਚ ਸਾਧਨ ਨਹੀਂ ਹੁੰਦੇ, ਪਰ ਉਸ ਸਾਧਨਾਂ ਦਾ ਸਹੀ ਪ੍ਰਯੋਗ ਨਹੀਂ ਹੁੰਦਾ। ਉਹਨਾਂ ਦਾ ਜੋ ਬੈਸਟ ਯੂਜ਼ ਕੀਤਾ ਜਾ ਸਕਦਾ ਉਹ ਆਮ ਕਰਕੇ ਨਹੀਂ ਕੀਤਾ ਜਾਂਦਾ। ਵੱਡੀ ਪੈਮਾਨੇ ਦੇ ਉੱਤੇ ਪਾਈ ਜਾਣ ਵਾਲੀ ਬੇਰੁਜ਼ਗਾਰੀ, ਅਤੇ ਅਗਲਾ ਇਹ ਹੈ ਕਿ ਸਾਡੇ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਬੇਰੁਜ਼ਗਾਰੀ ਅਤੇ ਛੁਪੀ ਬੇਰੁਜ਼ਗਾਰੀ, ਮੀਨਸ ਜਿੰਨੇ ਲੋਕ ਕੰਮ 'ਤੇ ਲੱਗੇ ਹੁੰਦੇ ਨੇ ਉਸ ਤੋਂ ਘੱਟ ਜਿਹੜੇ ਵਰਕਰਸ ਨੇ ਉਨਾ ਕੰਮ ਕਰ ਸਕਦੇ ਹੁੰਦੇ ਨੇ। ਮੰਨ ਲਓ ਕਿ ਆਪਣੇ ਕੋਲ 10 ਬੰਦੇ ਕੰਮ 'ਤੇ ਲੱਗੇ ਹੋਏ ਆ ਅਤੇ 20 ਕੁਇੰਟਲ ਦੀ ਪ੍ਰੋਡਕਸ਼ਨ ਹੁੰਦੀ ਹੈ। ਜੇ ਆਪਾਂ ਵਿੱਚੋਂ 2 ਵਰਕਰਸ ਹਟਾ ਦਈਏ ਤਾਂ ਪ੍ਰੋਡਕਸ਼ਨ ਤਾਂ ਵੀ ਸਾਡੀ 20 ਕੁਇੰਟਲ ਦੀ ਹੋਏਗੀ। ਇਹਦਾ ਮਤਲਬ ਕੀ ਹੈ ਕਿ 8 ਵਰਕਰਸ 20 ਕੁਇੰਟਲ ਪ੍ਰੋਡਕਸ਼ਨ ਦਿੰਦੇ ਪਏ ਨੇ ਅਤੇ 10 ਵਰਕਰਸ ਵੀ 20 ਕੁਇੰਟਲ ਪ੍ਰੋਡਕਸ਼ਨ ਦਿੰਦੇ ਪਏ ਨੇ। ਇਸ ਤੋਂ ਇਹ ਪਤਾ ਲੱਗਦਾ ਕਿ ਜਿਹੜੇ 2 ਵਰਕਰ 8 ਦੇ ਵਿੱਚ
8 20 ਤੁਹਾਡੀ 20 ਕੁਇੰਟਲ ਪ੍ਰੋਡਕਸ਼ਨ ਦਿੰਦੇ ਪਏ ਨੇ, ਅਤੇ 10 ਵਰਕਰਸ ਵੀ 20 ਕੁਇੰਟਲ ਪ੍ਰੋਡਕਸ਼ਨ ਦਿੰਦੇ ਪਏ ਨੇ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਡੇ ਜਿਹੜੇ ਵਰਕਰਸ ਨੇ ਦੋ, ਉਹ ਸਾਡੇ ਛੁਪੇ ਬੇਰੁਜ਼ਗਾਰ ਹੈਗੇ ਨੇ। ਅਤੇ ਅਗਲਾ ਜੀ ਡਿਪੈਂਡੈਂਸ ਡੋਮੀਨੈਂਸ ਆਫ ਐਗਰੀਕਲਚਰ। ਅੰਡਰ ਡਿਵੈਲਪ ਇਕੋਨਮੀਜ਼ ਦੇ ਵਿੱਚ ਜੋ ਮੇਨ ਆਕਿਊਪੇਸ਼ਨ ਹੁੰਦਾ ਹੈ ਜਿਹੜਾ, ਉਹ ਐਗਰੀਕਲਚਰ ਹੀ ਹੁੰਦਾ ਹੈ। 50% ਤੋਂ ਵੀ ਵੱਧ ਲੋਕਾਂ ਨੂੰ ਰੁਜ਼ਗਾਰ ਵਿਕਸਿਤ ਦੇਸ਼ਾਂ ਦੇ ਵਿੱਚ ਐਗਰੀਕਲਚਰ ਸੈਕਟਰ ਦੇ ਵਿੱਚ ਹੀ ਮਿਲਦਾ, ਅਤੇ ਰਾਸ਼ਟਰੀ ਉਤਪਾਦਨ ਦੇ ਵਿੱਚ ਐਗਰੀਕਲਚਰ ਸੈਕਟਰ ਦਾ 20% ਦਾ ਹਿੱਸਾ ਹੁੰਦਾ ਹੈ। ਜਦ ਕਿ ਜਿਹੜੇ UK ਵਰਗੇ ਵੈਲ ਡਿਵੈਲਪਡ ਕੰਟਰੀਜ਼ ਨੇ, ਜਾਪਾਨ, ਜਰਮਨੀ ਵਰਗੀਆਂ ਕੰਟਰੀਜ਼ ਨੇ, ਇਹਨਾਂ ਦੇ ਵਿੱਚ 2 ਤੋਂ 7%। ਜਰਮਨੀ, UK ਅਤੇ ਜਾਪਾਨ ਵਰਗੇ ਦੇਸ਼ਾਂ ਦੇ ਵਿੱਚ 2 ਤੋਂ ਲੈ ਕੇ 7% ਤੱਕ ਦੀ ਜਿਹੜੀ ਪਾਪੂਲੇਸ਼ਨ ਆ ਉਹ ਹੀ ਸਿਰਫ ਐਗਰੀਕਲਚਰ ਨਾਲ ਜੁੜੀ ਹੋਈ ਹੈ, ਜਦ ਕਿ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ 50% ਤੱਕ ਜਿਹੜੀ ਆ ਉਹ ਐਗਰੀਕਲਚਰ ਦੇ ਉੱਤੇ ਡਿਪੈਂਡੈਂਟ ਹੈ। ਨੈਕਸਟ ਹੈ ਜੀ ਹਾਈ ਇੰਸੀਡੈਂਸ ਆਫ ਪਾਵਰਟੀ। ਅਲਵਿਕਸਿਤ ਅਰਥਵਿਵਸਥਾ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਗਰੀਬੀ ਹੈ ਜਿਹੜੀ ਬਹੁਤ ਜ਼ਿਆਦਾ ਪੱਧਰ 'ਤੇ ਪਾਈ ਜਾਂਦੀ ਹੈ। ਰੋਟੀ, ਕੱਪੜਾ, ਮਕਾਨ, ਜਿਹੜੀਆਂ ਬੁਨਿਆਦੀ ਸਹੂਲਤਾਂ, ਉਹਨਾਂ ਦੀ ਵੀ ਕਮੀ ਪਾਈ ਜਾਂਦੀ ਹੈ। ਇਨਫਰਾਸਟਰਕਚਰਲ ਬੈਕਵਰਡਨੈਸ। ਸੰਸਾਰ ਦੇ ਘੱਟ ਵਿਕਸਿਤ ਦੇਸ਼ਾਂ ਦੇ ਵਿੱਚ ਸਿੱਖਿਆ, ਸਿਹਤ, ਰਿਹਾਇਸ਼ੀ ਸਹੂਲਤਾਂ ਅਤੇ ਇਸ ਤੋਂ ਇਲਾਵਾ ਊਰਜਾ, ਆਵਾਜਾਈ ਅਤੇ ਸੰਚਾਰ ਦੇ ਸਾਧਨ ਸਾਰੇ ਨਿਮਨ ਪੱਧਰ 'ਤੇ ਪਾਏ ਜਾਂਦੇ ਆ, ਘੱਟ ਪਾਏ ਜਾਂਦੇ ਆ। ਲੋ ਵੋਲੀਅਮ ਆਫ ਫੋਰਨ ਟਰੇਡ। ਅਤੇ ਅੰਡਰ ਡਿਵੈਲਪ ਇਕੋਨਮੀਜ਼ ਦਾ ਜਿਹੜਾ ਫੋਰਨ ਟਰੇਡ ਹੈ ਉਹ ਵੀ ਬਹੁਤ ਘੱਟ ਹੁੰਦਾ। ਅਤੇ 1950 ਦੇ ਵਿੱਚ ਵਿਸ਼ਵ ਵਪਾਰ ਦੇ ਵਿੱਚ ਅਲਵਿਕਸਿਤ ਦੇਸ਼ਾਂ ਦਾ ਜਿਹੜਾ ਹਿੱਸਾ ਸੀ ਉਹ 33% ਸੀ, ਜਿਹੜਾ ਹੁਣ ਘੱਟ ਕੇ 23% ਹੋ ਗਿਆ। ਅਨਫੇਵਰੇਬਲ ਸੋਸ਼ਲ, ਪੋਲੀਟੀਕਲ, ਇੰਸਟੀਟਿਊਸ਼ਨਲ ਐਂਡ ਐਡਮਿਨਿਸਟ੍ਰੇਟਿਵ ਸਟਰਕਚਰ। ਅਲਵਿਕਸਿਤ ਦੇਸ਼ਾਂ ਦਾ ਜਿਹੜਾ ਸਮਾਜਿਕ, ਰਾਜਨੀਤਿਕ, ਸੰਸਥਾਗਤ ਅਤੇ ਪ੍ਰਸ਼ਾਸਨਿਕ ਢਾਂਚਾ ਹੁੰਦਾ, ਉਹਨਾਂ ਦੀ ਵਾਧੇ ਦੀ ਪ੍ਰਕਿਰਿਆ ਦੇ ਵਿੱਚ ਸਹਾਇਕ ਨਹੀਂ ਹੁੰਦਾ। ਅਲਵਿਕਸਿਤ ਦੇਸ਼ਾਂ ਦੇ ਵਿੱਚ ਪੁਰਾਣੇ ਰੀਤੀ ਰਿਵਾਜ ਅਤੇ ਰੂੜੀਵਾਦੀ ਦ੍ਰਿਸ਼ਟੀਕੋਣ ਦੇ ਕਾਰਨ ਅਰਥ ਵਿਵਸਥਾ ਜਿਹੜੀ ਆ ਉਹ ਗਤੀਹੀਣ ਬਣੀ ਰਹਿੰਦੀ ਹੈ। ਔਰ ਇਹ ਉਹ ਵਿਸ਼ੇਸ਼ਤਾਵਾਂ ਨੇ ਜੋ ਅਲਵਿਕਸਿਤ ਇਕੋਨਮੀਜ਼ ਦੇ ਵਿੱਚ ਪਾਈਆਂ ਜਾਂਦੀਆਂ ਨੇ, ਔਰ ਇਹਨਾਂ ਵਿਸ਼ੇਸ਼ਤਾਵਾਂ ਦੇ ਕਰਕੇ ਹੀ ਕਿਸੇ ਇਕੋਨਮੀ ਨੂੰ ਅਸੀਂ ਅਲਵਿਕਸਿਤ ਇਕੋਨਮੀ ਜਿਹੜੀ ਆ ਉਹ ਕਹਿ ਦਿੰਦੇ ਹਾਂ। ਨੈਕਸਟ ਲੈਕਚਰ ਆਪਾਂ ਅਗਲੇ ਟੌਪਿਕ ਦੇ ਵਿੱਚ ਕਰਾਂਗੇ, ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।